ਪਿਆਰੇ ਸਾਥੀਓ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਵਿੱਤਰ ਦਿਹਾੜਾ 16 ਅਕਤੂਬਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 350 ਸਾਲਾ ਜਨਮ ਦਿਹਾੜੇ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਸਦਕਾ ਇਹ ਜਨਮ ਦਿਹਾੜਾ ਸਿਰਫ ਭਾਰਤ ਵਿੱਚ ਨਹੀਂ ਬਲਕਿ ਕੈਨੇਡਾ, ਯੂਨਾਈਟਿਡ ਸਟੇਟ ਆਫ ਅਮਰੀਕਾ, ਯੂਨਾਈਟਿਡ ਕਿੰਗਡਮ ਅਤੇ ਆਸਟ੍ਰੇਲੀਆ ਵਿੱਚ ਵੀ ਮਨਾਇਆ ਜਾ ਰਿਹਾ ਹੈ। ਮੈਂ ਤੇ ਇਹ ਕਹਾਂਗੀ ਕਿ ਪੂਰੇ ਸੰਸਾਰ ਵਿੱਚ ਹੀ ਇਸ ਮਹਾਨ ਸ਼ਖਸੀਅਤ ਦਾ ਇਹ ਜਨਮ ਦਿਹਾੜਾ ਬੜੇ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕੌਣ ਨਹੀਂ ਜਾਣਦਾ। ਉਹਨਾਂ ਦਾ ਸਾਰਾ ਜੀਵਨ ਹੀ ਬਹੁਤ ਸ਼ਾਨਦਾਰ ਰਿਹਾ। ਉਹਨਾਂ ਦੇ ਜੀਵਨ ਦੇ ਬਾਰੇ ਅੱਜ ਹਰ ਕੋਈ ਗੱਲ ਕਰਦਾ ਹੈ। ਉਹ ਇੱਕ ਬਹਾਦਰ ਇਨਸਾਨ ਜਿਸ ਨੇ ਆਪਣੇ ਜੀਵਨ ਨੂੰ ਬਹੁਤ ਹੀ ਵਧੀਆ ਢੰਗ ਨਾਲ ਚਲਾਇਆ ਤੇ ਜਿਨ੍ਹਾਂ ਨੇ ਆਪਣੇ ਜੀਵਨ ਦੀ ਬੜੀ ਬੇਮਿਸਾਲ ਕੁਰਬਾਨੀ ਦਿੱਤੀ। ਉਹਨਾਂ ਦੇ ਜੀਵਨ ਦੀ ਸਭ ਤੋਂ ਮਹਾਨ ਦੇਣ ਉਹਨਾਂ ਦਾ ਜੀਵਨ ਵਿੱਚ ਉਹਨਾਂ ਦੀ ਕੁਰਬਾਨੀ ਹੈ। ਤੇ ਅੱਜ ਉਹਨਾਂ ਦੇ ਜਨਮ ਦਿਹਾੜੇ ਤੇ ਮੈਂ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਗੱਲਾਂ ਵਿੱਚੋਂ ਸਭ ਤੋਂ ਜਿਹੜਾ ਜ਼ਰੂਰੀ ਹਿੱਸਾ ਹੈ ਉਹਨਾਂ ਦੀ ਕੁਰਬਾਨੀ ਦੀ ਗੱਲ ਕਰਾਂਗੀ। ਤੇ ਸਭ ਤੋਂ ਜ਼ਰੂਰੀ ਹੈ ਉਹਨਾਂ ਦੀ ਕੁਰਬਾਨੀ ਦਾ ਗੱਲ ਕਰਨਾ, ਕਿਉਂਕਿ ਅੱਜ ਦੇ ਸਮੇਂ ਵਿੱਚ ਜਦੋਂ ਨੌਜਵਾਨ ਭਟਕ ਰਿਹਾ ਹੈ, ਜਦੋਂ ਆਪਣੇ ਧਰਮ ਦੇ ਮਾਰਗ ਤੋਂ ਭਟਕ ਰਿਹਾ ਹੈ, ਜਦੋਂ ਸੱਚਾਈ ਦੇ ਮਾਰਗ ਤੋਂ ਭਟਕ ਰਿਹਾ ਹੈ, ਤਾਂ ਉਸ ਲਈ ਬਹੁਤ ਜ਼ਰੂਰੀ ਹੈ ਉਹਨਾਂ ਮਹਾਨ ਸ਼ਖਸੀਅਤਾਂ ਬਾਰੇ ਜਾਣਨਾ ਜਿਨ੍ਹਾਂ ਨੇ ਧਰਮ ਤੇ ਸੱਚਾਈ ਦੀ ਖਾਤਰ ਆਪਣੇ ਪਰਿਵਾਰ, ਆਪਣੇ ਪੂਰੇ ਪਰਿਵਾਰ ਤੇ ਆਪਣੀਆਂ ਕੁਰਬਾਨੀਆਂ ਦੇ ਦਿੱਤੀਆਂ। ਗੁਰੂ ਸਾਹਿਬਾਨਾਂ ਨੇ ਜਿੱਥੇ ਆਪਣੇ ਪਰਿਵਾਰ ਬਾਰੇ, ਤਾਂ ਬੰਦਾ ਬਹਾਦਰ ਨੇ ਵੀ ਕੋਈ ਕਮੀ ਨਾ ਛੱਡੀ। ਆਪਣੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਚਲਦਿਆਂ ਹੋਇਆਂ ਉਹਨਾਂ ਨੇ ਆਪਣੇ ਪੂਰੇ ਪਰਿਵਾਰ ਦੀਆਂ, ਆਪਣੇ ਸਿੰਘਾਂ ਦੀਆਂ ਭੇਟਾਂ ਚੜਾ ਦਿੱਤੀਆਂ। ਤੇ ਅੱਜ ਉਹਨਾਂ ਦੇ ਇਸ ਜਨਮ ਦਿਹਾੜੇ ਤੇ ਕੀ ਸਾਡਾ ਫਰਜ਼ ਨਹੀਂ ਬਣਦਾ ਕਿ ਅਸੀਂ ਵੀ ਉਹਨਾਂ ਨੂੰ ਕੋਈ ਭੇਟਾਂ ਚੜਾ ਦਈਏ? ਭੇਟਾਂ ਚੜਾ ਦਈਏ ਇਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਘੱਟੋ ਘੱਟ ਗੁਰੂਆਂ ਦੇ ਦੱਸੇ ਹੋਏ ਸੱਚਾਈ ਦੇ ਮਾਰਗ ਤੇ ਚੱਲੀਏ, ਧਰਮ ਦੇ ਮਾਰਗ ਤੇ ਚੱਲੀਏ। ਜੇ ਅਸੀਂ ਉਹਨਾਂ ਦੇ ਧਰਮ ਦੇ ਮਾਰਗ ਤੇ ਚੱਲਾਂਗੇ ਤਾਂ ਹੀ ਸ਼ਾਇਦ ਅਸੀਂ ਉਹਨਾਂ ਨੂੰ ਉਹਨਾਂ ਦੇ ਜਨਮ ਦਿਹਾੜੇ ਤੇ ਕੁਝ ਦੇ ਸਕਾਂਗੇ। ਬਾਬਾ ਬੰਦਾ ਸਿੰਘ ਬਹਾਦਰ ਬਾਰੇ ਕੌਣ ਨਹੀਂ ਜਾਣਦਾ, ਜਿਨ੍ਹਾਂ ਨਾਲ ਸੰਬੰਧਿਤ ਸਾਹਿਤ ਜ਼ਿਆਦਾਤਰ ਫਾਰਸੀ ਭਾਸ਼ਾ ਵਿੱਚ ਹੀ ਲਿਖਿਆ ਗਿਆ ਹੈ, ਜਿਨ੍ਹਾਂ ਨੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ। ਫਾਰਸੀ ਸਾਹਿਤ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਰਦਾਰਾਂ ਨੂੰ ਬਹੁਤ ਕੋਸਿਆ ਗਿਆ ਹੈ, ਪਰ ਨਾਲ ਦੀ ਨਾਲ ਸਾਨੂੰ ਇਤਿਹਾਸ ਦੀ ਸੱਚਾਈ ਦਾ ਵੀ ਪਤਾ ਲੱਗਦਾ ਹੈ। ਡਾਕਟਰ ਗੰਡਾ ਸਿੰਘ ਜੀ ਨੇ ਉਸ ਸਾਹਿਤ ਨੂੰ ਟਰਾਂਸਲੇਟ ਕਰਕੇ ਇੱਕ ਕਿਤਾਬ ਬਣਾਈ, ਬੰਦਾ ਸਿੰਘ ਬਹਾਦਰ, ਜਿਸ ਤੋਂ ਸਾਨੂੰ ਸਾਰੀ ਸੱਚਾਈ ਦਾ ਪਤਾ ਲੱਗਦਾ ਹੈ। ਲਖਮਣ ਦਾਸ ਤੋਂ ਬਣੇ ਮਾਧੋ ਦਾਸ, ਮਾਧੋ ਦਾਸ ਤੋਂ ਬਣੇ ਬੰਦਾ ਸਿੰਘ ਬਹਾਦਰ ਨੇ ਆਪਣੇ ਗੁਰੂਆਂ ਦੇ ਦੱਸੇ ਹੋਏ ਰਾਹ ਤੇ ਚੱਲਣ ਦਾ ਫੈਸਲਾ ਕਰ ਲਿਆ। ਮੁਗਲਾਂ ਤੇ ਚੜ੍ਹਾਈਆਂ ਕੀਤੀਆਂ, 50,000 ਤੋਂ ਵੱਧ ਫੌਜ ਤਿਆਰ ਕੀਤੀ ਅਤੇ ਜਿੱਧਰੋਂ ਵੀ ਬੰਦਾ ਲੰਘ ਜਾਵੇ ਬੰਦਾ ਹੀ ਬੰਦਾ ਹੁੰਦੀ। ਬੰਦਾ ਅਤੇ ਉਹਨਾਂ ਦੇ ਸਰਦਾਰਾਂ ਦਾ ਜਨੂਨ ਦੇਖ ਕੇ ਹਰ ਕੋਈ ਡਰ ਜਾਂਦਾ। ਬਹਾਦਰ ਸ਼ਾਹ ਜ਼ਫਰ, ਮੁਗਲ ਬਾਦਸ਼ਾਹ, ਸਿੱਖਾਂ ਤੋਂ ਇੰਨਾ ਡਰ ਗਿਆ ਕਿ ਉਸਨੂੰ ਹਰ ਵੇਲੇ ਇੰਜ ਜਾਪਦਾ ਜਿਵੇਂ ਫੌਜਾਂ ਉਸ ਤੇ ਹਮਲਾ ਕਰਨ ਲਈ ਤਿਆਰ ਖੜੀਆਂ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਅੰਤ ਵਾਲੇ ਸਮੇਂ 'ਚ ਉਹ ਪਾਗਲ ਹੋ ਗਿਆ। ਉਸਨੂੰ ਇੰਨਾ ਡਰ ਲੱਗਣ ਲੱਗ ਪਿਆ ਕਿ ਉਹ ਗਧਿਆਂ ਨੂੰ ਵੀ ਘੋੜੇ ਸਮਝਣ ਲੱਗ ਪਿਆ ਤੇ ਉਸਨੂੰ ਲੱਗਦਾ ਸਿੱਖਾਂ ਦੀਆਂ ਫੌਜਾਂ ਆ ਗਈਆਂ ਹਨ। ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਥੇ ਸਰਹੰਦ ਦੇ ਨਵਾਬ ਤੋਂ 4 ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਤੇ ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਜ਼ਮੀਂਦਾਰਾਂ ਦੇ ਅਤਿਆਚਾਰਾਂ ਤੋਂ ਵੀ ਬਚਾਇਆ। ਆਪਣੇ ਗੁਰੂਆਂ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਨੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ ਦੇ ਸਿੱਕੇ ਵੀ ਚਲਾਏ। ਉਹਨਾਂ ਨੇ ਆਪਣੀ ਬੰਦਈ ਖਾਲਸਾ ਸੇਨਾ ਨੂੰ ਤਿਆਰ ਕੀਤਾ। ਖਾਲਸਾ ਸੇਨਾ ਇਕਜੁੱਟ ਹੋ ਗਈ। ਹਰ ਜਗ੍ਹਾ ਤੇ ਖਾਲਸਾ ਸੇਨਾ ਦੀ ਵਾਹ ਵਾਹ ਹੋਣ ਲੱਗੀ। ਕਿਹਾ ਜਾਂਦਾ ਹੈ ਮੁਗਲ ਇੰਨੇ ਡਰ ਗਏ ਕਿ ਉਹਨਾਂ ਨੇ ਖਾਲਸਾ ਸੇਨਾ ਨੂੰ ਤੋੜਨ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ। ਛੜਯੰਤਰ ਰਚੇ ਗਏ। ਫਿਰ ਉਸ ਦੌਰਾਨ ਮਾਤਾ ਸੁੰਦਰੀ ਜੀ ਵੱਲੋਂ, ਜੋ ਕਿ ਉਸ ਵੇਲੇ ਦਿੱਲੀ ਵਿੱਚ ਸਨ, ਇੱਕ ਹੁਕਮਨਾਮਾ ਜਾਰੀ ਕੀਤਾ ਗਿਆ। ਕਿਹਾ ਜਾਂਦਾ ਹੈ ਕਿ ਇਹ ਕੋਈ ਸੱਚਾਈ ਨਹੀਂ ਹੈ, ਕਿ ਹੋ ਸਕਦਾ ਹੈ ਇਹ ਹੁਕਮਨਾਮਾ ਝੂਠਾ ਹੋਵੇ, ਮੁਗਲਾਂ ਦਾ ਇੱਕ ਛੜਯੰਤਰ ਹੋਵੇ। ਪਰ ਉਸ ਹੁਕਮਨਾਮੇ ਅਨੁਸਾਰ ਬੰਦਾ ਸਿੰਘ ਬਹਾਦਰ ਨੂੰ ਇਹ ਫਰਮਾਨ ਜਾਰੀ ਕੀਤਾ ਗਿਆ ਕਿ ਜਿਹੜੀ ਜਾਗੀਰ ਉਹਨਾਂ ਕੋਲ ਹੈ ਉਹ ਉੱਥੇ ਹੀ ਰਹਿਣ ਤੇ ਬਾਕੀ ਪਿੰਡਾਂ ਨੂੰ ਲੁੱਟਣਾ ਬੰਦ ਕਰ ਦੇਣ ਤੇ ਆਪਣੇ ਇਸ ਸੈਨਿਕ ਅਭਿਆਨ ਨੂੰ ਵੀ ਬੰਦ ਕਰ ਦੇਣ। ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਉਹ ਸ਼ਾਇਦ ਇਸ ਚੀਜ਼ ਨੂੰ ਬੰਦ ਨਹੀਂ ਕਰ ਸਕਦਾ, ਕਿਉਂਕਿ
ਇਹ ਮੁਗਲਾਂ ਦੀ ਹੀ ਚਾਲ ਹੋ ਸਕਦੀ ਹੈ। ਸੋ ਮਾਤਾ ਸੁੰਦਰੀ ਜੀ ਦੁਆਰਾ ਜਾਰੀ ਕੀਤੇ ਗਏ ਹੁਕਮਨਾਮੇ ਨੂੰ ਉਹਨਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਸਿੱਖਾਂ ਦੇ ਵਿੱਚ ਫੁੱਟ ਪੈ ਗਈ। ਖਾਲਸਾ ਸੈਨਾ ਨੇ ਬੰਦਾ ਸਿੰਘ ਬਹਾਦਰ ਨੂੰ ਕਿਹਾ ਕਿ ਮਾਤਾ ਸੁੰਦਰੀ ਜੀ ਦਾ ਹੁਕਮਨਾਮਾ ਮੰਨਣਾ ਹੀ ਸਾਡੇ ਲਈ ਜ਼ਰੂਰੀ ਹੈ। ਫਿਰ ਆਖਿਰ ਉਹੀ ਹੋਇਆ ਜਿਸ ਦਾ ਡਰ ਸੀ। ਮੁਗਲ ਸੈਨਾ ਨੇ ਜੋ ਛੜਯੰਤਰ ਰਚਿਆ ਉਹ ਖਾਲਸਾ ਸੈਨਾ ਤੇ ਭਾਰੀ ਪੈ ਗਿਆ। ਇਹ ਵੀ ਕਿਹਾ ਜਾਂਦਾ ਹੈ ਕਿ ਮਾਤਾ ਸੁੰਦਰੀ ਜੀ ਦੁਆਰਾ ਦੂਜਾ ਹੁਕਮਨਾਮਾ ਜਾਰੀ ਕੀਤਾ ਗਿਆ, ਜਿਸ ਅਨੁਸਾਰ ਖਾਲਸਾ ਸੈਨਾ ਦੇ ਵਿੱਚ ਫੁੱਟ ਪੈ ਗਈ। ਹੁਣ ਸਿੰਘਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸੈਨਾ ਦਾ ਸਾਥ ਦੇਣਾ ਬੰਦ ਕਰਨ ਦਾ ਫੈਸਲਾ ਕੀਤਾ। ਖਾਲਸਾ ਸੈਨਾ ਨੂੰ ਛੱਡਣਾ ਸ਼ੁਰੂ ਕਰਤਾ ਤੇ ਬੰਦਾ ਸਿੰਘ ਬਹਾਦਰ ਦੀ ਸੈਨਾ ਕਮਜ਼ੋਰ ਹੋਣੀ ਸ਼ੁਰੂ ਹੋ ਗਈ। ਹਾਲਾਂਕਿ ਉਹਨਾਂ ਵਿੱਚ ਜੋਸ਼ ਅੱਜ ਵੀ ਓਨਾ ਹੀ ਸੀ, ਲੇਕਿਨ ਉਹਨਾਂ ਦੀ ਸੰਖਿਆ ਘਟਣੀ ਸ਼ੁਰੂ ਹੋ ਗਈ। ਇਹ ਕੋਈ ਵੀ ਨਹੀਂ ਜਾਣਦਾ ਸੀ ਕਿ ਹੁਕਮਨਾਮਾ ਸੱਚ ਹੈ ਕਿ ਝੂਠ, ਮੁਗਲਾਂ ਦਾ ਛੜਯੰਤਰ ਹੈ। ਪਰ ਉਸ ਦੌਰਾਨ ਮਾਤਾ ਸੁੰਦਰੀ ਜੀ ਨੂੰ ਹੀ ਆਪਣੇ ਗਰੁੱਪ ਦੇ ਵਿੱਚ ਲੀਡਰ ਮੰਨਦਿਆਂ ਹੋਇਆਂ ਸਿੰਘਾਂ ਨੇ ਉਸ ਹੁਕਮਨਾਮੇ ਨੂੰ ਮੰਨਣ ਦਾ ਫੈਸਲਾ ਕੀਤਾ, ਜਿਸ ਕਰਕੇ ਮੁਗਲ ਬਾਦਸ਼ਾਹ ਫਾਰੂਕ ਸਿਰ ਦੀ ਚਾਲ ਸਫਲ ਹੋ ਗਈ। ਉਹ ਇਸ ਘੜੀ ਦੀ ਉਡੀਕ ਵਿੱਚ ਹੀ ਸਨ ਕਿ ਕਦੋਂ ਸੈਨਾ ਘਟੇ ਤੇ ਉਹਨਾਂ ਤੇ ਹਮਲਾ ਕੀਤਾ ਜਾਵੇ। ਫਿਰ ਉਸ ਦੌਰਾਨ ਬੰਦਾ ਸਿੰਘ ਬਹਾਦਰ ਜੀ ਨੇ ਗੁਰਦਾਸ ਨੰਗਲ, ਗੁਰਦਾਸਪੁਰ ਦੇ ਨੇੜੇ ਇੱਕ ਕੱਚੇ ਕੋਠੇ ਦੇ ਵਿੱਚ ਆਪਣੇ ਆਪ ਨੂੰ ਕੈਦ ਕਰ ਲਿਆ। ਕੱਚੀ ਗੜੀ ਜਿਸ ਨੂੰ ਕਿਹਾ ਜਾਂਦਾ ਹੈ, ਇੱਕ ਇਹੋ ਜਿਹਾ ਕਿਲਾ ਜਿਸ ਦੇ ਬਾਹਰ ਮੁਗਲਾਂ ਦੀ ਸੈਨਾ ਨੇ ਘੇਰਾ ਪਾ ਲਿਆ। 13 ਅਪ੍ਰੈਲ 1715 ਦੀ ਗੱਲ ਹੈ, ਜਦੋਂ ਸਿੰਘ ਸਾਰੇ ਅੰਦਰ ਬੰਦ ਹੋ ਗਏ। ਇੱਕ ਲੰਬੇ ਸਮੇਂ ਤੱਕ ਅੰਦਰ ਬੰਦ ਹੋਣ ਤੋਂ ਬਾਅਦ ਅੰਦਰ ਰਾਸ਼ਨ ਖਤਮ ਹੋਣਾ ਸ਼ੁਰੂ ਹੋ ਗਿਆ। ਸਿੰਘਾਂ ਨੇ ਪੱਤੇ ਖਾਣੇ ਸ਼ੁਰੂ ਕਰ ਦਿੱਤੇ। ਪੱਤੇ ਖਤਮ ਹੋਣ ਤੋਂ ਬਾਅਦ ਪੇੜਾਂ ਦੀਆਂ ਛਾਲਾਂ ਤੱਕ ਲਾ ਲਈਆਂ ਗਿਆ। ਘੋੜੇ ਮਰਨੇ ਸ਼ੁਰੂ ਹੋ ਗਏ, ਘਾਹ ਖਤਮ ਹੋਣੀ ਸ਼ੁਰੂ ਹੋ ਗਈ, ਘੋੜਿਆਂ ਦੇ ਮਾਂਸ ਤੱਕ ਵੀ ਖਾਧੇ ਗਏ। ਇਹ ਐਸਾ ਇਤਿਹਾਸ ਹੈ ਜਿਸ ਨੇ ਉਸ ਸਮੇਂ ਇੱਕ ਇੰਨੀ ਦਰਦਨਾਕ ਘਟਨਾ ਦਾ ਜ਼ਿਕਰ ਕੀਤਾ ਹੈ, ਪਰ ਇਤਿਹਾਸ ਨੂੰ ਉਸ ਦੌਰਾਨ ਲਿਖਣ ਵਾਲਾ ਕੋਈ ਨਹੀਂ ਸੀ। ਬਹੁਤ ਸਾਰੇ ਸਾਥੀਆਂ ਨੇ ਇਹ ਫੈਸਲਾ ਲਿਆ ਕਿ ਉਹ ਇਸ ਕਿਲੇ ਨੂੰ ਛੱਡ ਕੇ ਇੱਥੋਂ ਨਿਕਲ ਜਾਣ, ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਫੈਸਲਾ ਲਿਆ ਕਿ ਉਹ ਅੰਤ ਤੱਕ ਇੱਥੋਂ ਹੀ ਮੁਗਲਾਂ ਦੇ ਨਾਲ ਲੜਨਗੇ। ਕੁਝ ਸਾਥੀ ਉਹਨਾਂ ਦਾ ਸਾਥ ਛੱਡ ਕੇ ਨਿਕਲ ਗਏ। ਉਸ ਤੋਂ ਬਾਅਦ ਮੁਗਲਾਂ ਨੇ ਕਿਲੇ ਤੇ ਹਮਲਾ ਕੀਤਾ ਤੇ ਕਿਲੇ ਦੇ ਅੰਦਰ ਵੜ ਗਏ। ਅੰਦਰ ਵੜ ਕੇ ਉਹਨਾਂ ਨੇ 750 ਦੇ ਕਰੀਬ ਸਿੱਖਾਂ ਨੂੰ ਤੇ ਬਾਬਾ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਬੰਦੀ ਬਣਾ ਲਿਆ। ਫਿਰ ਸ਼ੁਰੂ ਹੁੰਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦਾ ਸਭ ਤੋਂ ਦੁਖਦਾਇਕ ਦੌਰ। ਸਿੰਘਾਂ ਨੂੰ ਮੁਗਲ ਬਾਦਸ਼ਾਹ ਫਾਰੂਕ ਸਿਰ ਦੇ ਅੱਗੇ ਪੇਸ਼ ਕੀਤਾ ਜਾਂਦਾ ਹੈ। ਫਾਰੂਕ ਸਿਰ ਇਹ ਹੁਕਮ ਦਿੰਦਾ ਹੈ ਕਿ ਇਹਨਾਂ ਨੂੰ ਇਸਲਾਮ ਧਰਮ ਕਬੂਲ ਕਰਵਾਇਆ ਜਾਏ। ਉਸ ਤੋਂ ਬਾਅਦ ਸਭ ਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਜਾਂਦਾ ਹੈ। 29 ਫਰਵਰੀ 1716 ਨੂੰ ਫਾਰੂਕ ਸਿਰ ਦੇ ਹੁਕਮ ਅਨੁਸਾਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਜਾਂਦਾ ਹੈ। 25 ਜਰਨੈਲ ਤੇ ਬਾਬਾ ਬੰਦਾ ਸਿੰਘ ਜੀ ਨੂੰ ਤਿਰਪੋਲੀਆ ਜੇਲ੍ਹ ਦੇ ਵਿੱਚ ਕੈਦ ਕਰ ਦਿੱਤਾ ਜਾਂਦਾ ਹੈ। 724 ਸਿੰਘਾਂ ਨੂੰ ਸਲੀਮਗੜ੍ਹੀ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਜਾਂਦਾ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਪਤਨੀ ਸੁਸ਼ੀਲ ਕੌਰ ਤੇ ਉਹਨਾਂ ਦੇ ਪੁੱਤਰ ਬਾਬਾ ਅਜੇ ਸਿੰਘ ਨੂੰ ਦਰਬਾਰੀ ਕੈਦਖਾਨੇ ਦੇ ਵਿੱਚ ਬੰਦੀ ਬਣਾ ਦਿੱਤਾ ਜਾਂਦਾ ਹੈ। ਫਿਰ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਇਹਨਾਂ ਸਿੰਘਾਂ ਨੂੰ ਡਰਾਇਆ ਜਾਵੇ ਤੇ ਇਹਨਾਂ ਤੋਂ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਜਾਏ। 5 ਮਾਰਚ 1716 ਨੂੰ ਕੋਤਵਾਲੀ 'ਚ, ਜਿੱਥੇ ਹੁਣ ਦਿੱਲੀ ਦੀ ਪਬਲਿਕ ਲਾਇਬ੍ਰੇਰੀ ਹੈ, ਸਿੰਘਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਦਿੱਲੀ ਦਾ ਕੋਤਵਾਲ ਸਰਵਰਾ ਖਾਂ ਇਹ ਹੁਕਮ ਦਿੰਦਾ ਹੈ ਕਿ ਸਿੰਘਾਂ ਨੂੰ ਸ਼ਹੀਦ ਕਰ ਦਿਓ, ਨਹੀਂ ਤਾਂ ਇਹਨਾਂ ਤੋਂ ਇਸਲਾਮ ਕਬੂਲ ਕਰਵਾਓ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਸ ਦੁਖਦਾਇਕ ਦ੍ਰਿਸ਼ ਦਾ ਜ਼ਿਕਰ ਨੋਬਲ ਪ੍ਰਾਈਜ਼ ਵਿਜੇਤਾ ਰਵਿੰਦਰਨਾਥ ਟੈਗੋਰ ਨੇ ਬੰਗਾਲੀ ਭਾਸ਼ਾ ਦੇ ਵਿੱਚ ਇੱਕ ਕਵਿਤਾ ਲਿਖ ਕੇ ਕੀਤਾ ਹੈ, ਜਿਸ ਕਵਿਤਾ ਦਾ ਸ਼ੀਰਸ਼ਕ ਹੈ ਬੰਦੀ ਵੀਰ। ਉਸ ਦਾ ਅਨੁਵਾਦ ਸਰਦਾਰ ਮਨੋਹਰ ਸਿੰਘ ਜੀ ਨੇ ਕੀਤਾ। ਉਸ ਕਵਿਤਾ ਦੀਆਂ ਕੁਝ ਸਤਰਾਂ ਮੈਂ ਇਸ ਦੁਖਦਾਈ ਦ੍ਰਿਸ਼ ਦੇ ਨਾਲ ਨਾਲ ਕਰਦੀ ਰਵਾਂਗੀ। ਇਹ ਕਿਹਾ ਜਾਂਦਾ ਹੈ ਕਿ ਫਾਰੂਕ ਸਿਰ ਨੇ ਇਹ ਘੋਸ਼ਣਾ ਕਰ ਦਿੱਤੀ ਕਿ ਜਾਂ ਤਾਂ ਇਹਨਾਂ ਨੂੰ ਇਸਲਾਮ ਧਰਮ ਕਬੂਲ ਕਰਵਾਓ ਜਾਂ ਫਿਰ ਇਹਨਾਂ ਨੂੰ ਮਰਵਾ ਦਿਓ। ਤਾਂ ਇਸ ਕਰਕੇ ਇੱਕ ਪਾਸੇ ਕਾਜ਼ੀ ਬਿਠਾ ਦਿੱਤਾ ਗਿਆ ਕੁਰਾਨ ਦੇ ਕੇ ਤੇ ਦੂਸਰੇ ਪਾਸੇ ਜੱਲਾਦ ਬਿਠਾ ਦਿੱਤਾ ਗਿਆ
ਤਲਵਾਰ ਦੇ ਕੇ। ਚੱਲ ਪਿਆ ਚੱਕਰ ਮੌਤ ਦਾ, ਕਾਤਲ ਕਰਦਾ ਵਾਰ, ਇੱਕ ਜੈਕਾਰਾ ਗੂੰਜਦਾ, ਚਲਦੀ ਜਦ ਤਲਵਾਰ। ਮੁਗਲ ਬਾਦਸ਼ਾਹ ਦੇ ਫਰਮਾਨ ਅਨੁਸਾਰ ਇਹ ਘੋਸ਼ਣਾ ਕੀਤੀ ਗਈ ਕਿ ਸਿੰਘਾਂ ਨੂੰ ਸ਼ਹੀਦ ਕਰ ਦਿਓ। 100 ਸਿੰਘ ਸ਼ਹੀਦ ਕਰ ਦਿੱਤੇ ਗਏ, ਪਰ ਸਿੰਘ ਡਰੇ ਨਹੀਂ, ਨਾ ਹੀ ਡੋਲੇ। ਉਹਨਾਂ ਨੇ ਕਿਹਾ, ਐਦਾਂ ਗੱਲ ਨਹੀਂ ਬਣਨੀ, ਸਾਨੂੰ ਤਾਂ ਇਕੱਠਿਆਂ ਨੂੰ ਸ਼ਹੀਦ ਕਰੋ। ਸਾਡੇ ਗੁਰੂ ਸਾਹਿਬਾਨ ਸਾਡੀ ਉਡੀਕ ਕਰ ਰਹੇ ਹਨ, ਜਲਦ ਤੋਂ ਜਲਦ ਸਾਨੂੰ ਸਾਡੇ ਗੁਰੂਆਂ ਕੋਲ ਜਾ ਲੈਣ ਦਿਓ। ਫਿਰ ਉਸ ਤੋਂ ਬਾਅਦ 100 ਸਿੰਘ ਹੋਰ ਸ਼ਹੀਦ ਕੀਤੇ ਗਏ। ਫਿਰ ਉਸ ਤੋਂ ਬਾਅਦ 100 ਸਿੰਘ ਹੋਰ ਸ਼ਹੀਦ ਕੀਤੇ ਗਏ। ਸਿੰਘ ਕਟਿੰਦੇ ਜਾ ਰਹੇ, ਵਰਦੇ ਬਾਰੋ ਬਾਰ, 7 ਦਿਨਾਂ ਦੀ ਖੇਡ ਸੀ, 700 ਹੀ ਸੀ ਸਰਦਾਰ। ਇਸ ਤਰ੍ਹਾਂ 300 ਸਿੰਘ ਸ਼ਹੀਦ ਕਰ ਦਿੱਤੇ ਗਏ। ਫਾਰੂਕ ਸੀਰ ਨੇ ਕੋਤਵਾਲ ਨੂੰ ਪੁੱਛਿਆ ਕਿ ਆਖਿਰ ਕਿੰਨੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਹੈ? ਕੋਤਵਾਲ ਕਹਿੰਦਾ 300। ਬਾਦਸ਼ਾਹ ਕਹਿੰਦਾ ਤੇ ਕਿੰਨਾ ਨੇ ਇਸਲਾਮ ਧਰਮ ਕਬੂਲ ਕੀਤਾ ਹੈ? ਤੇ ਕੋਤਵਾਲ ਕਹਿੰਦਾ ਕਿਸੇ ਨੇ ਨਹੀਂ ਕੀਤਾ। ਫਾਰੂਕ ਸੀਰ ਨੂੰ ਬੜਾ ਦੁੱਖ ਹੁੰਦਾ ਹੈ। ਉਹ ਕਹਿੰਦਾ ਹੈ, ਸਾਡਾ ਮਕਸਦ ਇਹਨਾਂ ਨੂੰ ਮਾਰਨਾ ਨਹੀਂ, ਝੁਕਾਉਣਾ ਹੈ। ਕੋਸ਼ਿਸ਼ ਕਰੋ ਕਿ ਇਹ ਇਸਲਾਮ ਧਰਮ ਨੂੰ ਕਬੂਲ ਕਰਨ, ਇਹਨਾਂ ਨੂੰ ਭੁੱਖੇ ਰੱਖੋ। ਸਿੰਘਾਂ ਨੂੰ ਫਿਰ ਜੇਲ੍ਹ ਵਿੱਚ ਪਾ ਦਿੱਤਾ ਗਿਆ। 10 ਦਿਨ ਤੱਕ ਕੁਝ ਖਾਣ ਨੂੰ ਨਹੀਂ ਦਿੱਤਾ ਗਿਆ। 10ਵੇਂ ਦਿਨ ਰਾਜਾ ਅਤੇ ਕੋਤਵਾਲ ਜੇਲ੍ਹ 'ਚ ਜਾਂਦੇ ਹਨ ਰੋਟੀਆਂ ਦਾ ਟੋਕਰਾ ਲੈ ਕੇ। ਸਿੰਘ ਸਾਰੇ ਬੜੇ ਹੀ ਸ਼ਾਂਤਮਈ ਤਰੀਕੇ ਨਾਲ ਬੈਠੇ ਰਹਿੰਦੇ ਹਨ। ਬਾਦਸ਼ਾਹ ਖੁਦ ਇੱਕ ਬਜ਼ੁਰਗ ਨੂੰ ਪ੍ਰਸ਼ਾਦੇ ਦਿੰਦਾ ਹੈ ਤੇ ਕਹਿੰਦਾ ਹੈ ਕਿ ਆ ਲਓ ਰੋਟੀ ਖਾ ਲਓ ਤੇ ਆਪਣਾ ਧਰਮ ਬਦਲ ਲਓ। ਬਜ਼ੁਰਗ ਉਸ ਰੋਟੀ ਨੂੰ ਇੱਕ ਨੌਜਵਾਨ ਨੂੰ ਇਹ ਕਹਿ ਕੇ ਦੇ ਦਿੰਦਾ ਹੈ ਕਿ ਹੁਣ ਮੇਰਾ ਸਮਾਂ ਤਾਂ ਬਹੁਤ ਘੱਟ ਹੈ, ਤੁਸੀਂ ਜ਼ਿੰਦਾ ਲੈਣ ਦੇ ਲਈ ਇਹ ਰੋਟੀ ਖਾ ਲਓ। ਨੌਜਵਾਨ ਆਪਣੇ ਤੋਂ ਛੋਟੀ ਉਮਰ ਨੂੰ ਦੇ ਦਿੰਦਾ ਹੈ ਤੇ ਉਹ ਛੋਟੀ ਉਮਰ ਵਾਲਾ ਬਾਲਕ ਇੱਕ ਬਿਮਾਰ ਸਿੰਘ ਨੂੰ ਦੇ ਦਿੰਦਾ ਹੈ। ਬਿਮਾਰ ਸਿੰਘ ਮੁੜ ਕੇ ਫਿਰ ਉਹੀ ਰੋਟੀ ਬਜ਼ੁਰਗਾਂ ਨੂੰ ਦੇ ਦਿੰਦਾ ਹੈ ਤੇ ਬਜ਼ੁਰਗ ਮੁਗਲ ਬਾਦਸ਼ਾਹ ਨੂੰ ਆਖਦੇ ਹਨ ਕਿ ਤੁਹਾਡੀ ਇਹ ਰੋਟੀ ਸਾਡੇ ਸਿੱਖੀ ਨੂੰ ਖਤਮ ਨਹੀਂ ਕਰ ਸਕਦੀ, ਅਸੀਂ ਆਪਣੇ ਦੱਸੇ ਹੋਏ ਗੁਰੂਆਂ ਦੇ ਰਾਹ 'ਤੇ ਹੀ ਚੱਲਣਾ ਹੈ। ਮੁਗਲ ਬਾਦਸ਼ਾਹ ਨੂੰ ਬਹੁਤ ਗੁੱਸਾ ਆਉਂਦਾ ਹੈ ਤੇ ਉਹ ਫਰਮਾਨ ਜਾਰੀ ਕਰਦਾ ਹੈ ਕਿ ਸਾਰੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ। ਹੁਣ ਅਗਲਾ ਹੁਕਮ ਜਾਰੀ ਕੀਤਾ ਜਾਂਦਾ ਹੈ 25 ਸਰਦਾਰਾਂ ਦੇ ਲਈ। 9 ਜੂਨ 1716 ਨੂੰ 25 ਸਰਦਾਰਾਂ ਨੂੰ ਬਾਦਸ਼ਾਹ ਦੇ ਅੱਗੇ ਪੇਸ਼ ਕੀਤਾ ਜਾਂਦਾ ਹੈ। ਇਹ ਫੈਸਲਾ ਕੀਤਾ ਜਾਂਦਾ ਹੈ ਕਿ ਕੁਤੁਬ ਮੀਨਾਰ ਦੇ ਨੇੜੇ ਬਖਤਿਆਰ ਕਾਕੀ ਦੀ ਦਰਗਾਹ ਜਿੱਥੇ ਬਹਾਦਰ ਸ਼ਾਹ ਜ਼ਫਰ ਦੀ ਮਜ਼ਾਰ ਬਣਾਈ ਗਈ ਹੈ, ਇਹਨਾਂ ਸਿੰਘਾਂ ਨੂੰ ਉੱਥੇ ਸ਼ਹੀਦ ਕੀਤਾ ਜਾਵੇ ਤਾਂ ਕਿ ਬਹਾਦਰ ਸ਼ਾਹ ਜ਼ਫਰ ਉਸ ਡਰ ਤੋਂ ਬਾਹਰ ਆ ਸਕੇ ਜਿਸ ਦਾ ਉਸਨੂੰ ਹਰ ਵੇਲੇ ਡਰ ਸਤਾਉਂਦਾ ਸੀ। ਬੇੜੀਆਂ ਵਿੱਚ ਬੰਨ੍ਹ ਕੇ, ਹੱਥਾਂ 'ਚ ਹੱਥਕੜੀਆਂ ਪਾ ਕੇ ਉਹਨਾਂ ਸਰਦਾਰਾਂ ਨੂੰ ਬਾਦਸ਼ਾਹ ਅੱਗੇ ਪੇਸ਼ ਕੀਤਾ ਗਿਆ। ਇਹ ਵੀ ਕਿਹਾ ਜਾਂਦਾ ਹੈ ਕਿ ਬੰਦਾ ਸਿੰਘ ਬਹਾਦਰ ਨੂੰ ਤਾਂ ਪਿੰਜਰੇ ਵਿੱਚ ਰੱਖਿਆ ਹੋਇਆ ਸੀ, ਕੋਈ ਸਿਪਾਹੀ ਉਸਦੇ ਲਾਗੇ ਨਹੀਂ ਜਾਂਦਾ ਸੀ। ਉਹ ਕਹਿੰਦੇ ਸਨ ਇਸ ਦੇ ਮੂੰਹ 'ਚੋਂ ਤਾਂ ਅੱਗ ਨਿਕਲਦੀ ਹੈ। 25,000 ਸੈਨਾ ਦੇ ਨਾਲ ਸਾਰੇ ਇਲਾਕੇ 'ਚ ਘੇਰਾ ਬਣਾ ਦਿੱਤਾ ਗਿਆ। ਇੰਨਾ ਸੀ ਉਹਨਾਂ ਸਿੰਘਾਂ ਦਾ ਡਰ। ਫਾਰੂਕ ਸੀਰ ਕਹਿੰਦਾ ਹੈ, ਬਾਜ ਸਿੰਘ ਕੌਣ ਹੈ? ਕਿੱਥੇ ਹੈ ਤੇਰੀ ਬਹਾਦਰੀ? ਬਾਜ ਸਿੰਘ ਕਹਿੰਦਾ ਹੈ, ਮੈਂ ਹਾਂ ਬਾਜ ਸਿੰਘ, ਮੇਰੇ ਹੱਥ ਖੋਲੋ ਫਿਰ ਦੇਖੋ ਮੇਰੀ ਬਹਾਦਰੀ। ਇੱਕ ਸਿਪਾਹੀ ਨੂੰ ਫਰਮਾਨ ਜਾਰੀ ਕੀਤਾ ਜਾਂਦਾ ਹੈ ਕਿ ਬਾਜ ਸਿੰਘ ਦੇ ਹੱਥ ਖੋਲ ਦਿਓ, ਪਰ ਬਾਜ ਸਿੰਘ ਉਸਦੇ ਆਉਣ ਤੋਂ ਪਹਿਲਾਂ ਹੀ ਆਪਣੀਆਂ ਹੱਥਕੜੀਆਂ ਤੋੜ ਦਿੰਦਾ ਹੈ ਤੇ ਉਸ ਸਿਪਾਹੀ ਦੀ ਤਲਵਾਰ ਦੇ ਨਾਲ ਹੀ ਉਸਦਾ ਕਤਲ ਕਰ ਦਿੰਦਾ ਹੈ। 13 ਹੋਰ ਮੁਗਲ ਸਿਪਾਹੀਆਂ ਨੂੰ ਮਾਰ ਦਿੰਦਾ ਹੈ। ਉਸ ਤੋਂ ਬਾਅਦ ਫਾਰੂਕ ਸੀਰ ਨੂੰ ਬਹੁਤ ਗੁੱਸਾ ਚੜ੍ਹਦਾ ਹੈ ਤੇ ਉਹ ਇਹ ਫੈਸਲਾ ਕਰਦਾ ਹੈ ਕਿ ਇਹਨਾਂ ਸਿੰਘਾਂ ਨੂੰ ਵੀ ਸ਼ਹੀਦ ਕਰ ਦਿੱਤਾ ਜਾਵੇ। ਸਿਰ ਕਲਮ ਕਰ ਦਿੱਤੇ ਜਾਂਦੇ ਹਨ, ਨੇਜ਼ਿਆਂ ਤੇ ਉਹਨਾਂ ਦੇ ਸ਼ੀਸ਼ ਲਟਕਾ ਦਿੱਤੇ ਜਾਂਦੇ ਹਨ, ਉਹਨਾਂ ਦੇ ਧੜ ਜ਼ਮੀਨ ਤੇ ਤੜਪ ਰਹੇ ਹੁੰਦੇ ਹਨ, ਹਰ ਪਾਸੇ ਖੂਨ ਹੀ ਖੂਨ ਹੁੰਦਾ ਹੈ। ਇਹ ਸਾਰਾ ਜ਼ਿਕਰ ਇਬਰਤਨਾਮਾ ਵਿੱਚ ਦਰਜ ਹੈ। ਸੁਣਨ ਦੇ ਵਿੱਚ ਹੀ ਜਿਸ ਨੂੰ ਇੰਨਾ ਡਰ ਲੱਗਦਾ ਹੈ, ਉਸ ਮੰਜ਼ਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਵੇਂ ਸਹਿਆ ਹੋਊਗਾ। 25 ਜਰਨੈਲ ਸ਼ਹੀਦ ਹੋਣ ਤੇ ਵੀ ਬਾਬਾ ਜੀ ਘਬਰਾਉਂਦੇ ਨਹੀਂ, ਆਪਣੇ ਮਾਰਗ ਤੋਂ ਡੋਲਦੇ ਨਹੀਂ, ਉਸ ਧਰਮ ਨੂੰ ਕਬੂਲ ਨਹੀਂ ਕਰਦੇ ਜਿਸ ਵਿੱਚ ਸੱਚਾਈ ਨਹੀਂ ਹੈ, ਜੋ ਸੱਚ ਦੇ ਰਾਹ ਤੇ ਨਹੀਂ ਚੱਲਦਾ, ਜੋ ਗੁਰੂਆਂ ਦੇ ਰਾਹ ਤੇ ਨਹੀਂ ਚੱਲਦਾ। ਫਾਰੂਕ ਸੀਰ ਇਹ ਸੋਚਦਾ ਹੈ ਕਿ ਬੰਦਾ ਬਹਾਦਰ ਜਿਹੜਾ ਹਿਰਨੀ ਨੂੰ ਦੇਖ ਕੇ ਡਾਵਾਂਡੋਲ ਹੋ ਗਿਆ, ਉਹ ਆਪਣੇ ਪੁੱਤਰ ਨੂੰ ਦੇਖ ਕੇ ਕਿਵੇਂ ਨਹੀਂ ਆਪਣਾ ਧਰਮ ਛੱਡੇਗਾ। ਫਿਰ ਹੋਣੀ ਹੱਥ ਆ ਗਿਆ ਬੰਦਾ ਸਿੰਘ ਮਹਾਨ, ਕਾਜ਼ੀ ਕਹਿੰਦਾ ਸਿੰਘ ਜੀ
ਇਹ ਪਕੜੋ ਕਿਰਪਾਨ, ਕੱਟੋ ਇਸ ਦੇ ਸੀਸ ਨੂੰ, ਇਹ ਸ਼ਾਹੀ ਫਰਮਾਨ। ਬੰਦਾ ਬਹਾਦਰ ਜੀ ਕਹਿੰਦੇ ਹੈ, ਸਾਡੇ ਗੁਰੂਆਂ ਨੇ ਮਜਲੂਮਾਂ ਤੇ ਜ਼ੁਲਮ ਕਰਨਾ ਨਹੀਂ ਸਿਖਾਇਆ। ਇਹ ਤਾਂ ਮੇਰਾ ਪੁੱਤਰ ਹੈ। ਇਹ ਬਾਦਸ਼ਾਹ ਦਾ ਪੁੱਤਰ ਵੀ ਹੁੰਦਾ, ਮੈਂ ਤਾਂ ਵੀ ਇਸ ਨੂੰ ਕੁਝ ਨਾ ਕਹਿੰਦਾ, ਤਾਂ ਵੀ ਇਸ ਤੇ ਕੋਈ ਵਾਰ ਨਾ ਕਰਦਾ। ਤਦ ਬੰਦੇ ਚੁੱਕ ਕੇ ਬਾਲ ਨੂੰ ਪਹਿਲਾਂ ਕੀਤਾ ਪਿਆਰ, ਫਿਰ ਉਸਨੂੰ ਸਮਝਾਇਆ ਸਿੱਖੀ ਦਾ ਕਿਰਦਾਰ। ਤੇਰੇ ਵਰਗੇ ਬਾਲ ਸਨ ਫਤਿਹ ਸਿੰਘ ਜੁਝਾਰ। ਉਸ ਤੋਂ ਬਾਅਦ ਜੱਲਾਦ ਨੇ ਬਾਬਾ ਅਜੈ ਸਿੰਘ ਨੂੰ ਬਾਲਾਂ ਤੋਂ ਖਿੱਚਿਆ ਤੇ ਨਾਲ ਹੀ ਖੰਜਰ ਦੇ ਨਾਲ ਛਾਤੀ ਤੇ ਵਾਰ ਕਰਤਾ। ਇੰਨੀ ਦੁਖਦਾਇਕ ਘਟਨਾ, ਇੰਨਾ ਦੁਖਦਾਇਕ ਉਹ ਦ੍ਰਿਸ਼ ਕਿਵੇਂ ਜਰਿਆ ਹੋਊਗਾ ਬਾਬਾ ਜੀ ਨੇ, ਕਿਵੇਂ ਜਰਿਆ ਹੋਏਗਾ। ਉਹ ਛੋਟੇ ਜਿਹੇ 4 ਸਾਲ ਤੋਂ ਵੀ ਘੱਟ ਉਮਰ ਦੇ ਬੱਚੇ ਨੇ, ਪਰ ਫਿਰ ਵੀ ਫਤਿਹ ਗਜਾਈ ਬਾਲ ਨੇ, ਮੁਖ ਹੋਇਆ ਸੁਰਜੀਤ। ਜਾਣ ਜਾਏ ਤਾਂ ਜਾਣ ਦੇ, ਇਹ ਸਿੱਖੀ ਦੀ ਰੀਤ। ਕਾਲਜਾ ਕੱਢ ਕੇ, ਉਸ ਬੱਚੇ ਦਾ ਕਾਲਜਾ ਕੱਢ ਕੇ ਬੰਦੇ ਦੇ ਮੂੰਹ ਵਿੱਚ ਪਾ ਦਿੱਤਾ ਗਿਆ। ਬੰਦਾ ਬਹਾਦਰ ਦਾ ਮੂੰਹ ਖੂਨੋ ਖੂਨ ਹੋ ਗਿਆ। ਪੁੱਤਰ ਦੇ ਲਹੂ ਦੇ ਨਾਲ ਲਹੂ ਲੁਹਾਨ ਹੋ ਗਿਆ। ਪੁੱਤਰ ਦੇ ਸਰੀਰ ਦੇ ਛੋਟੇ ਛੋਟੇ ਟੁਕੜੇ ਕਰ ਦਿੱਤੇ ਗਏ। ਟੁਕੜਿਆਂ ਦਾ ਹਾਰ ਬੰਦੇ ਦੇ ਗਲ ਵਿੱਚ ਪਾ ਦਿੱਤਾ ਗਿਆ। ਕਿੰਨਾ ਅਤਿਆਚਾਰੀ ਸੀ ਉਹ ਰਾਜ, ਕਿੰਨਾ ਬੁਰਾ ਸੀ ਉਹ ਰਾਜ। ਇਹੋ ਜਿਹੇ ਰਾਜ ਨਾਲ ਮਿਲਣ ਦੇ ਲਈ ਉਹਨਾਂ ਨੂੰ ਬਾਰ-ਬਾਰ ਉਕਸਾਇਆ ਗਿਆ, ਪਰ ਬਾਬਾ ਜੀ ਨਹੀਂ ਡੋਲੇ। ਜੇ ਉਹਨਾਂ ਦੇ ਵਿੱਚ ਰਾਜ ਪਾਟ ਨੂੰ ਸੰਭਾਲਣ ਦਾ ਇੰਨਾ ਹੀ ਮਨ ਹੁੰਦਾ, ਜਿਵੇਂ ਕਿ ਕਿਹਾ ਜਾਂਦਾ ਹੈ ਉਹ ਗੁਰੂਆਂ ਦੇ ਦੱਸੇ ਹੋਏ ਮਾਰਗ ਤੋਂ ਭਟਕ ਗਏ ਸਨ, ਉਹਨਾਂ ਨੇ ਆਪਣੇ ਆਪ ਨੂੰ ਬਾਦਸ਼ਾਹ ਸਮਝ ਲਿਆ ਸੀ, ਤੇ ਕੀ ਲੱਗਣਾ ਸੀ, ਇੱਕ ਪਲ ਲੱਗਣਾ ਸੀ ਉਹ ਕਹਿ ਦਿੰਦੇ ਮੈਨੂੰ ਇਸਲਾਮ ਕਬੂਲ ਹੈ, ਮੈਂ ਸਿੱਖੀ ਅੱਜ ਹੀ ਛੱਡ ਦਿੰਦਾ ਹਾਂ। ਪਰ ਆਪਣੇ ਪੁੱਤਰ ਦੀ ਵੀ ਕੁਰਬਾਨੀ ਦੇ ਦਿੱਤੀ, ਪਰ ਉਹ ਆਪਣੇ ਮਾਰਗ ਤੋਂ ਨਹੀਂ ਡੋਲੇ। ਇਹੋ ਜਿਹੇ ਮਹਾਨ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਉਹਨਾਂ ਦੇ ਜਨਮ ਦਿਹਾੜੇ ਤੇ ਕਿਉਂ ਯਾਦ ਕਰਨਾ ਹੈ, ਤਾਂ ਕਿ ਸਿੱਖ ਕੌਮ ਨੂੰ ਇਹ ਪਤਾ ਲੱਗ ਸਕੇ ਕਿ ਕਿਵੇਂ ਅਸੀਂ ਆਪਣੇ ਧਰਮ ਲਈ ਕੁਰਬਾਨ ਹੋਣਾ ਹੈ। ਲਿਖਿਆ ਇਹ ਇਤਿਹਾਸ ਵਿੱਚ ਬੰਦਾ ਰਿਹਾ ਅਡਿਲ, ਕੋਹੇ ਗਏ ਉਸ ਬਾਲ ਦਾ ਲੁਸ ਲੁਸ ਕਰਦਾ ਦਿਲ। ਪਿਓ ਦੇ ਮੂੰਹ ਵਿੱਚ ਪਾਇਆ ਤਾਂ ਜਾਣੇ ਵੇ ਕਿਉਂ ਟੂਟ, ਇਹ ਕੜੜੀ ਅਜਮਾਇਸ਼ ਵਿੱਚ ਬੰਦਾ ਰਿਹਾ ਅਡੋਲ। ਰੋਵੇਗਾ ਇਤਿਹਾਸ ਵੀ ਆਪਣੇ ਪੰਨੇ ਫੋਲ, ਰੋਵੇਗਾ ਇਤਿਹਾਸ ਵੀ ਆਪਣੇ ਪੰਨੇ ਫੋਲ। ਬੰਦਾ ਬਹਾਦਰ ਦੀ ਅਜਮਾਇਸ਼ ਅਜੇ ਮੁੱਕੀ ਨਹੀਂ ਸੀ। ਪੁੱਤਰ ਦੇ ਸ਼ਹੀਦ ਹੋਣ ਤੋਂ ਬਾਅਦ ਵੀ ਬੰਦਾ ਸਿੰਘ ਬਹਾਦਰ ਵਾਹਿਗੁਰੂ ਅੱਗੇ ਅਰਦਾਸ ਕਰਕੇ ਕਹਿੰਦਾ ਹੈ, ਸ਼ੁਕਰ ਹੈ ਪਰਮਾਤਮਾ, ਮੇਰਾ ਪੁੱਤਰ ਆਪਣੇ ਧਰਮ ਦੇ ਮਾਰਗ ਤੋਂ ਡੋਲਿਆ ਨਹੀਂ, ਘਬਰਾਇਆ ਨਹੀਂ। ਉਸ ਤੋਂ ਬਾਅਦ ਕਿਹਾ ਜਾਂਦਾ ਹੈ ਗਰਮ ਜਮੂਰੇ ਦੇ ਨਾਲ ਬੋਟੀਆਂ ਨੋਚੀਆਂ ਗਈਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਰੀਰ ਤੋਂ, ਮਾਸ ਲਾ ਲਿਆ ਗਿਆ, ਅੱਖਾਂ ਕੱਢ ਦਿੱਤੀਆਂ ਗਈਆਂ, ਪੈਰ ਵੱਢ ਦਿੱਤੇ ਗਏ, ਹੱਥ ਤੋੜ ਦਿੱਤੇ ਗਏ, ਜੀਭ ਕੱਟ ਦਿੱਤੀ ਗਈ, ਸਿਰ ਨੂੰ ਹਥੌੜਿਆਂ ਦੇ ਨਾਲ ਤੋੜ ਦਿੱਤਾ ਗਿਆ। ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਆਪਣੇ ਧਰਮ ਦੀ ਖਾਤਰ ਇੰਨਾ ਕਸ਼ਟ, ਸੱਚਾਈ ਦੇ ਰਾਹ ਤੇ ਚੱਲਣ ਲਈ ਇੰਨਾ ਕਸ਼ਟ, ਗੁਰੂਆਂ ਦੇ ਦੱਸੇ ਹੋਏ ਉਸ ਮਾਰਗ ਤੇ ਚੱਲਣ ਲਈ ਇੰਨਾ ਕਸ਼ਟ, ਉਹ ਬੰਦਾ ਸਿੰਘ ਬਹਾਦਰ ਹੀ ਸੀ ਜਿਹੜਾ ਜਰ ਗਿਆ। ਇਹੋ ਜਿਹੇ ਮਹਾਨ ਆਦਮੀ ਦੇ ਅੱਜ ਜਨਮ ਦਿਹਾੜੇ ਤੇ ਸਾਨੂੰ ਵੀ ਸਹੁੰ ਚੱਕਣੀ ਚਾਹੀਦੀ ਹੈ ਕਿ ਅਸੀਂ ਭੇਟਾਂ ਦੇ ਰੂਪ ਵਿੱਚ ਉਹਨਾਂ ਦੇ ਉਸ ਧਰਮ ਨੂੰ ਤਾਂ ਉਮਰ ਸੰਭਾਲ ਕੇ ਰੱਖਾਂਗੇ, ਉਸ ਧਰਮ ਦੀ ਖਾਤਰ ਕਦੇ ਵੀ ਆਪਣੇ ਸੱਚਾਈ ਦੇ ਮਾਰਗ ਤੋਂ ਨਹੀਂ ਡੋਲਾਂਗੇ। ਕਿਹਾ ਜਾਂਦਾ ਹੈ ਕਿ ਅਮਰ ਸਿੰਘ ਕੰਬੋਜ ਨੇ ਬਾਬਾ ਜੀ ਦੇ ਸਰੀਰ ਦੇ ਟੁਕੜਿਆਂ ਨੂੰ ਕੱਪੜੇ ਵਿੱਚ ਇਕੱਠੇ ਕਰਕੇ ਉਹਨਾਂ ਦੀ ਦੂਸਰੀ ਪਤਨੀ ਸਾਹਿਬ ਕੌਰ ਜੀ ਕੋਲ ਜੰਮੂ ਪਹੁੰਚਾ ਦਿੱਤਾ, ਜਿੱਥੇ ਡੋਹੇ ਹੰਡਾ ਵਿੱਚ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ। ਅਤੇ ਉਹਨਾਂ ਦੀ ਪਹਿਲੀ ਪਤਨੀ ਸੁਸ਼ੀਲ ਕੌਰ ਤੇ ਉਹਨਾਂ ਦੀ ਦਾਸੀ ਸ਼ਰਨ ਕੌਰ, ਉਹਨਾਂ ਨੂੰ ਵੀ ਸ਼ਾਇਦ ਉੱਥੇ ਹੀ ਸ਼ਹੀਦ ਕਰ ਦਿੱਤਾ ਗਿਆ ਹੋਵੇ, ਜਿਸ ਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਮਿਲਦੀ। ਇਹੋ ਜਿਹੀ ਮਹਾਨ ਸ਼ਖਸੀਅਤ ਨੂੰ ਮੇਰਾ ਸ਼ਤ ਸ਼ਤ ਨਮਨ ਹੈ, ਸ਼ਤ ਸ਼ਤ ਪ੍ਰਣਾਮ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।